Yes students, now we will start the second part of the chapter land, soil, water, natural vegetation वाला. ठीक है, ਹੁਣ ਆਪਾਂ ਪੜਾਂਗੇ factors of soil formation. The major factors of soil formation are the nature of the parent rock and climatic factors. Other factors are to major factor ਕਿਹੜੇ ਨੇ. ਠੀਕ ਹੈ, ਜਿਹੜਾ parent rock ਹੈ, ਜਿਹੜਾ ਮਤਲਬ ਕਿ ਸ਼ੁਰੂਆਤ ਦੇ ਵਿੱਚ ਜਿਹੜਾ ਜਿਸ ਦੀ ਵੈਦਰਿੰਗ ਹੋਣੀ ਹੈ, ਠੀਕ ਹੈ, ਉਹਦਾ ਨੇਚਰ ਕਿੱਦਾਂ ਦਾ ਅਤੇ ਕਲਾਈਮੇਟਿਕ ਫੈਕਟਰਸ ਕਿੱਦਾਂ ਦੇ ਨੇ ਜਿਹੜੀ ਜਗ੍ਹਾ 'ਤੇ ਉਹ ਪਿਆ ਹੈਗਾ. ਅਦਰ ਫੈਕਟਰਸ ਆਰ ਟੋਪੋਗ੍ਰਾਫੀ ਮਤਲਬ ਤੁਹਾਨੂੰ ਦੱਸਿਆ ਸੀਗਾ ਸਲੋਪ ਅਤੇ ਟਾਈਪ ਆਫ ਲੈਂਡ. ਰੋਲ ਆਫ ਔਰਗੈਨਿਕ ਮਟੀਰੀਅਲ ਕਿੱਦਾਂ ਦਾ, ਠੀਕ ਹੈ, ਉਸਦਾ ਰੋਲ ਕੀ ਅਦਾ ਕਰਦਾ ਉਸ ਦੇ ਵਿੱਚ. ਐਂਡ ਟਾਈਮ ਟੇਕਨ ਫॉर ਦਾ ਕੰਪੋਜੀਸ਼ਨ ਆਫ ਸੋਇਲ ਫਾਰਮੇਸ਼ਨ. ਟਾਈਮ ਟੇਕਨ ਮਤਲਬ ਜਿੰਨਾ ਜ਼ਿਆਦਾ ਪੁਰਾਣਾ ਰੌਕ ਹੋਈ ਜਾਊਗਾ, ਠੀਕ ਹੈ, ਉਨੀ ਜ਼ਿਆਦਾ ਈਜ਼ੀ ਮਤਲਬ ਜਿੰਨਾ ਜ਼ਿਆਦਾ ਸਮਾਂ ਲੱਗੂਗਾ ਉਸਨੂੰ ਓਨਾ ਵਧੀਆ ਉਹ ਸੋਇਲ ਦੇ ਵਿੱਚ ਫੋਰਮ ਹੋਊਗਾ. ਠੀਕ ਹੈ, ਆਲ ਦਿਸ ਡਿਫਰ ਫਰੋਮ ਪਲੇਸ ਟੂ ਪਲੇਸ. ਹਰ ਚੀਜ਼ ਇੱਕ ਜਗ੍ਹਾ ਤੋਂ ਦੂਸਰੀ ਤੱਕ ਡਿਫਰੈਂਟ ਹੋਊਗੀ. ਠੀਕ ਹੈ, ਸੋਇਲ ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਪੇਰੈਂਟ ਰੌਕ ਤੋਂ ਕੀ ਪਤਾ ਲੱਗਦਾ ਸੋਇਲ ਦਾ ਕੀ ਬਣਦਾ. ਠੀਕ ਹੈ, ਡਿਟਰਮਿਨਸ ਕਲਰ, ਟੈਕਸਚਰ, ਕੈਮੀਕਲ ਪ੍ਰੋਪਰਟੀਜ਼, ਮਿਨਰਲ ਕੰਟੈਂਟ, ਪਰਮੀਏਬਿਲਿਟੀ. ਕਲਰ, ਟੈਕਸਚਰ ਕਿੱਦਾਂ ਦਾ ਸੋਇਲ ਹੋਊਗੀ, ਰੈੱਡ ਸੋਇਲ ਹੋਊਗੀ, ਬਲੈਕ ਸੋਇਲ ਹੋਊਗੀ, ਇਹ ਪੇਰੈਂਟ ਰੌਕ 'ਤੇ ਮੈਟਰ ਕਰਦਾ. ਠੀਕ ਹੈ, ਕੈਮੀਕਲ ਪ੍ਰੋਪਰਟੀਜ਼ ਉਹਦੇ ਵਿੱਚ ਕੀ ਹੋਣਗੀਆਂ ਅਤੇ ਮਿਨਰਲਸ ਕਿੱਦਾਂ ਦੇ ਹੋਣਗੇ, ਕੰਟੈਂਟ ਕਿੱਦਾਂ ਦਾ ਹੋਊਗਾ, ਜਾਂ ਪਰਮੇਬਿਲਿਟੀ ਉਸ ਦੇ ਵਿੱਚ ਦੀ ਪਾਣੀ ਹੈ ਜਿਹੜਾ ਉਹ ਕਿੰਨੀ ਜ਼ਿਆਦਾ ਸੋਕਦੀ ਹੈ ਜਾਂ ਕਿੰਨਾ ਜ਼ਿਆਦਾ ਪਾਣੀ ਉਹ ਨਹੀਂ ਸੋਕਦੀ. ਉਹ ਚੀਜ਼ਾਂ ਕਿਸ 'ਤੇ ਵੇਰੀ ਕਰਦੀਆਂ ਨੇ ਪੇਰੈਂਟ ਰੌਕ 'ਤੇ. ਰਿਲੀਫ, ਐਲਟੀਟਿਊਡ ਐਂਡ ਸਲੋਪ ਡਿਟਰਮਾਈਨ ਅਕੂਮੂਲੇਸ਼ਨ ਆਫ ਸੋਇਲ. ਹੈ ਨਾ, ਮਤਲਬ ਕਿ ਆਪਾਂ ਕਹਿ ਸਕਦੇ ਹਾਂ ਐਲਟੀਟਿਊਡ ਕੀ ਕਹੋਗੇ ਤੁਸੀਂ, ਉਚਾਈ ਤਰਾਈ. ਠੀਕ ਹੈ, ਸਟੀਪ ਸਲੋਪ ਹੁੰਦੀਆਂ ਨੇ ਜਿਹੜੀਆਂ ਸਲੋਪ, ਹੈ ਨਾ, ਐਲਟੀਟਿਊਡ ਹੁੰਦਾ ਗਾ ਲੈਵਲ ਤੋਂ, ਸੀ ਲੈਵਲ ਦੇ ਉੱਤੇ ਆਪਣਾ ਕਿੰਨੀ ਉਚਾਈ ਹੈ, ਹੈ ਨਾ, ਇਹ ਚੀਜ਼ਾਂ ਹੁੰਦੀਆਂ ਨੇ ਅਤੇ ਇਹ ਚੀਜ਼ਾਂ ਵੇਰੀ ਕਰਦੀਆਂ ਨੇ ਐਕੂਮੂਲੇਸ਼ਨ ਆਫ ਸੋਇਲ ਨੂੰ. ਫਲੋਰਾ ਫੋਨਾ ਐਂਡ ਫਲੋਰਾ ਫੋਨਾ ਹੁੰਦਾ ਗਾ ਬੱਚੇ ਫਲਾਵਰਸ. ਫਲੋਰਾ ਮਤਲਬ ਫਲਾਰ, ਫੋਨਾ ਮਤਲਬ ਐਨੀਮਲਸ, ਅਤੇ ਮਾਈਕਰੋ ਆਰਗੈਨਿਜ਼ਮ ਬਾਰੇ ਆਪਾਂ ਨੂੰ ਪਤਾ ਹੀ ਹੈ. ਠੀਕ ਹੈ, ਜਿਹੜੇ ਕਿ ਫੀਡ ਕਰਦੇ ਨੇ ਔਰਗੈਨਿਕ ਮਟੀਰੀਅਲ ਦੇ ਉੱਤੇ. ਇਫੈਕਟ ਦਾ ਰੇਟ ਆਫ ਹਿਊਮਸ ਫਾਰਮੇਸ਼ਨ. ਇਹ ਚੀਜ਼ਾਂ ਕਿਸ 'ਤੇ ਕੀ ਦੱਸਦੀਆਂ ਨੇ ਆਪਾਂ ਨੂੰ ਸੋਇਲ ਦਾ ਹਿਊਮਸ ਫਾਰਮੇਸ਼ਨ, ਹਿਊਮਸ ਕਿੰਨੀ ਕੁ ਹੋਊਗੀ, ਠੀਕ ਹੈ, ਸੋਇਲ ਦੇ ਵਿੱਚ, ਉਹ ਚੀਜ਼ ਵੇਰੀ ਕਰਦੀ ਹੈ ਫਲੋਰਾ ਫੋਨਾ ਅਤੇ ਮਾਈਕਰੋ ਆਰਗੈਨਿਜ਼ਮਸ ਦੇ ਉੱਤੇ. ਟਾਈਮ ਡਿਟਰਮਿਨਸ ਦਾ ਥਿਕਨੈਸ ਆਫ ਸੋਇਲ ਪ੍ਰੋਫਾਈਲ. ਕਿੰਨੀ ਜ਼ਿਆਦਾ ਬਰੀਕ ਹੋਊਗੀ ਮਿੱਟੀ, ਠੀਕ ਹੈ, ਥਿਕਨੈਸ, ਜਾਂ ਕਿੰਨੀ ਜ਼ਿਆਦਾ ਮੋਟੇ ਉਸਦੇ ਕਣ ਹੋਣਗੇ, ਗ੍ਰੇਨਸ ਹੁੰਦੇ ਨੇ. ਠੀਕ ਹੈ, ਉਹ ਚੀਜ਼ ਟਾਈਮ 'ਤੇ ਡਿਪੈਂਡ ਕਰਦਾ. ਕਲਾਈਮੇਟ, ਟੈਂਪਰੇਚਰ, ਰੇਨਫਾਲ ਇਨਫਲੂਐਂਸ ਦਾ ਰੇਟ ਆਫ ਵੈਦਰਿੰਗ ਐਂਡ ਹਿਊਮਸ ਫਾਰਮੇਸ਼ਨ. ਟੈਂਪਰੇਚਰ ਅਤੇ ਰੇਨਫਾਲ ਕੀ ਕਰਨਗੇ ਵੀ ਕਿੰਨੀ ਜ਼ਿਆਦਾ ਵੈਦਰਿੰਗ, ਕਿੰਨੀ ਜ਼ਿਆਦਾ ਰੇਟ 'ਤੇ ਵੈਦਰਿੰਗ ਹੋ ਰਹੀ ਹੈ, ਕਿੰਨੀ ਜਲਦੀ ਮਤਲਬ ਪੱਥਰ ਤੋਂ ਮਿੱਟੀ ਬਣੂਗੀ. ਠੀਕ ਹੈ, ਅਤੇ ਹਿਊਮਸ ਫਾਰਮੇਸ਼ਨ ਦੇ ਉੱਤੇ ਵੀ ਰੇਨਫਾਲ ਓਬਵੀਅਸ ਦੀ ਗੱਲ ਹੈ ਵੇਰੀ ਕਰੂਗੀ ਅਤੇ ਟੈਂਪਰੇਚਰ ਵੇਰੀ ਕਰੂਗਾ. ਇਹ ਸਾਰੀਆਂ ਚੀਜ਼ਾਂ ਫੈਕਟਰਸ ਅਫੈਕਟ ਕਰਦੇ ਨੇ ਜਿਹੜੇ ਇਹ ਸੋਇਲ ਫਾਰਮੇਸ਼ਨ ਦੇ ਨੂੰ. ਡੀਗ੍ਰੇਡੇਸ਼ਨ ਆਫ ਸੋਇਲ ਐਂਡ ਕੰਜ਼ਰਵੇਸ਼ਨ ਮੈਜ਼ਰਸ. ਸੋਇਲ ਇਰੋਜ਼ਨ ਐਂਡ ਡਿਪਲੀਸ਼ਨ ਆਰ ਦਾ ਮੇਜਰ ਥ੍ਰੇਟਸ ਟੂ ਸੋਇਲ ਐਜ਼ ਰਿਸੋਰਸਿਸ. ਸੋਇਲ ਇਰੋਜ਼ਨ, ਠੀਕ ਹੈ, ਇਹ ਆਪਾਂ ਨੂੰ ਪਤਾ ਹੀ ਹੈ ਸੋਇਲ ਇਰੋਜ਼ਨ, ਅਤੇ ਜਿਹੜੀ ਮਤਲਬ ਸੋਇਲ ਦੀ ਡਿਪਲੀਸ਼ਨ ਹੈ ਉਹ ਚੀਜ਼ ਕਿਸ ਮੇਜਰ ਥ੍ਰੀਟ ਨੇ ਸੋਇਲ ਨੂੰ, ਹੈ ਨਾ. ਓਬਵੀਅਸ ਜੀ ਗੱਲ ਹੈ, ਜੇ ਕੋਈ ਚੀਜ਼ ਨੂੰ ਆਪਾਂ ਖਰਾਬ ਕਰੀ ਜਾਵਾਂਗੇ ਉਹ ਵਰਤੋਂਯੋਗ ਨਹੀਂ ਰਹਿੰਦੀ. ਬੋਥ ਹਿਊਮਨ ਐਂਡ ਨੈਚੁਰਲ ਫੈਕਟਰਸ ਕੈਨ ਲੀਡ ਟੂ ਡੀਗ੍ਰੇਡੇਸ਼ਨ ਆਫ ਸੋਇਲ. ਇਨਸਾਨ ਅਤੇ ਨੈਚੁਰਲ ਫੈਕਟਰਸ ਵੀ ਨੇ ਜਿਹੜੇ ਡਿਗ੍ਰੇਡੇਸ਼ਨ ਕਰ ਰਹੇ ਨੇ ਸੋਇਲ ਦੀ. ਫੈਕਟਰਸ ਵਿਚ ਲੀਡ ਟੂ ਸੋਇਲ ਡਿਗ੍ਰੇਡੇਸ਼ਨ ਆਰ ਡੀਫੋਰੈਸਟੇਸ਼ਨ, ਓਵਰ ਗ੍ਰੇਜ਼ਿੰਗ, ਓਵਰ ਯੂਜ਼ ਆਫ ਕੈਮੀਕਲ ਫਰਟੀਲਾਈਜ਼ਰਸ ਐਂਡ ਪੈਸਟੀਸਾਈਡਸ, ਰੇਨ ਵਾਸ਼, ਲੈਂਡਸਲਾਈਡਸ ਐਂਡ ਫਲੱਡਸ. ਮਿੱਟੀ ਨੂੰ ਕਿਹੜੀਆਂ ਚੀਜ਼ਾਂ ਪ੍ਰਭਾਵਿਤ ਕਰ ਰਹੀਆਂ ਨੇ, ਡੀਫੋਰੈਸਟੇਸ਼ਨ, ਠੀਕ ਹੈ, ਯਾਨੀ ਕਿ ਦਰੱਖਤਾਂ ਦਾ ਕੱਟਣਾ, ਓਵਰ ਗ੍ਰੇਜ਼ਿੰਗ, ਇੱਕੋ ਜਗ੍ਹਾ ਨੂੰ ਵਾਰ-ਵਾਰ ਵਰਤੀ ਜਾਣਾ, ਠੀਕ ਹੈ, ਅਤੇ ਓਵਰ ਯੂਜ਼ ਆਫ ਕੈਮੀਕਲ ਫਰਟੀਲਾਈਜ਼ਰਸ ਅਤੇ ਪੈਸਟੀਸਾਈਡ ਦੇ ਲੋੜ ਤੋਂ ਜ਼ਿਆਦਾ ਵਰਤੋਂ ਕਰਨੀ. ਠੀਕ ਹੈ, ਮੀਂਹ ਦੇ ਨਾਲ ਮਿੱਟੀ ਦਾ ਵਾਸ਼ ਹੋ ਜਾਣਾ ਅਤੇ ਲੈਂਡਸਲਾਈਡਸ ਹੋਣੀਆਂ ਅਤੇ ਜਿਹੜਾ ਫਲੱਡਸ ਆਉਣੇ ਨੇ, ਇਹਨਾਂ ਸਾਰੀਆਂ ਚੀਜ਼ਾਂ ਮਿੱਟੀ ਦੀ ਜਿਹੜੀ ਕੁਆਲਿਟੀ ਹੈ ਉਸ ਨੂੰ ਪ੍ਰਭਾਵਿਤ ਕਰਦੇ ਨੇ. ਇਹਨਾਂ ਨੂੰ ਕਿੱਦਾਂ ਰੋਕ ਸਕਦੇ ਹਾਂ? ਮਲਚਿੰਗ ਫਸਟ ਮੈਥਡ ਕੀ ਹੈਗਾ? The bare ground between the plants is covered with a layer of organic matter like straw. It helps to retain soil moisture. bare ground ਮਤਲਬ ਖਾਲੀ ਜਿਹੜਾ ਮੈਦਾਨ ਹੈ, ਠੀਕ ਹੈ, ਪਲਾਂਟਸ ਦੇ ਵਿਚਾਲੇ ਕਿਹਦੇ ਨਾਲ ਕਵਰ ਕਰ ਦਿੰਦੇ ਨੇਗੇ? ਔਰਗੈਨਿਕ ਮੈਟਰ ਨਾਲ, ਪਰਾਲੀ ਨਾਲ ਆਪਾਂ ਕਵਰ ਕਰ ਦਿੰਦੇ ਹਾਂ. ਠੀਕ ਹੈ, ਜਿਸ ਦੇ ਨਾਲ ਜਿਹੜਾ ਸੋਇਲ ਦਾ ਮੋਇਸਚਰ ਹੈ ਉਹ ਰਿਟੇਨ ਕਰ ਜਾਂਦਾ. ਠੀਕ ਹੈ, ਮਤਲਬ ਆਪਾਂ ਰੀਟੇਨ ਦਾ ਮਤਲਬ ਹੈਗਾ ਵਾਪਸ ਪ੍ਰਾਪਤ ਕਰ ਲੈਣਾ. ਠੀਕ ਹੈ, ਅਤੇ ਇਹ ਚੀਜ਼ ਦੇ ਨਾਲ ਆਪਾਂ ਮਤਲਬ ਸੋਇਲ ਨੂੰ ਕੰਜ਼ਰਵ ਕਰ ਸਕਦੇ ਹਾਂ. ਕੰਟੂਰ ਬੇਰੀਅਰਸ, ਸਟੋਨ ਗ੍ਰਾਸ ਸੋਇਲਸ ਆਰ ਯੂਜ਼ ਟੂ ਬਿਲਡ ਬੇਰੀਅਰਸ ਅਲੋਂਗ ਕੰਟੂਰਸ. ਟ੍ਰੈਂਚਸ ਆਰ ਮੇਡ ਇਨ ਫਰੰਟ ਆਫ ਦ ਬੇਰੀਅਰਸ ਟੂ ਕਲੈਕਟ ਵਾਟਰ. ਮਤਲਬ ਕਿਆਰੀਆਂ ਬਣਾ ਦੇਣੀਆਂ. ਠੀਕ ਹੈ, ਵੱਟਾਂ ਬਣਾ ਕੇ, ਕੰਟੂਰ ਆਪਾਂ ਵੱਟਾਂ ਕਹਿ ਸਕਦੇ ਹਾਂ. ਠੀਕ ਹੈ,
ਇੱਥੇ ਇਹਨਾਂ ਨੇ ਦੱਸਿਆ ਵੀ ਸਟੋਨ ਦੀਆਂ, ਗਰਾਸ ਦੀਆਂ, ਸੋਇਲ ਦੀਆਂ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਵਰਤ ਕੇ ਆਪਾਂ ਕੰਟੂਰ ਬਣਾ ਲਏ, ਠੀਕ ਹੈ। ਫਿਰ ਉਸ ਤੋਂ ਟ੍ਰੈਂਚਿਸ ਮਤਲਬ ਕਿਆਰੀਆਂ ਬਣ ਗਈਆਂ ਜਿਸ ਦੇ ਵਿੱਚ ਆਪਾਂ ਪਾਣੀ ਕਲੈਕਟ ਕਰ ਸਕਦੇ ਹਾਂ। ਰੌਕ ਡੈਮ, ਰੌਕਸ ਆਰ ਪਾਈਲਡ ਅਪ ਟੂ ਸਲੋ ਡਾਊਨ ਦਾ ਫਲੋ ਆਫ ਵਾਟਰ, ਦਿਸ ਪ੍ਰੀਵੈਂਟਸ ਗਲੀਸ ਐਂਡ ਫਰਦਰ ਸੋਇਲ ਲਾਸ। ਅੱਛਾ, ਮਤਲਬ ਜਿੱਧਰੋਂ ਪਾਣੀ ਆ ਰਿਹਾ, ਠੀਕ ਹੈ, ਉੱਥੇ ਆਪਾਂ ਉਸ ਦੇ ਫਲੋ ਨੂੰ ਰੋਕਣ ਦੇ ਲਈ ਆਪਾਂ ਰੌਕਸ ਲਗਾਤੇ, ਠੀਕ ਹੈ, ਤਾਂ ਕਿ ਜਦੋਂ ਪਾਣੀ ਉਸ ਦੇ ਨਾਲ ਟਕਰਾਊਗਾ ਪੱਥਰ ਦੇ ਨਾਲ, ਠੀਕ ਹੈ, ਜਾਂ ਰੌਕਸ ਦੇ ਨਾਲ, ਤਾਂ ਉਸ ਦੀ ਜਿਹੜਾ ਵੈਲੋਸਿਟੀ ਹੈ ਜਾਂ ਸਪੀਡ ਹੈ ਉਹ ਸਲੋ ਹੋ ਜੂਗੀ, ਜਿਸ ਦੇ ਨਾਲ ਮਤਲਬ ਮਿੱਟੀ ਹੈ ਜਿਹੜੀ ਉਸ ਦੇ ਨਾਲ ਜ਼ਿਆਦਾ ਨਹੀਂ ਜਾਊਗੀ। ਟੈਰਿਸ ਫਾਰਮਿੰਗ ਹੁੰਦਾ ਬੱਚੇ, ਪੌੜੀਆਂ ਬਣਾ ਲੈਣੀਆਂ, ਠੀਕ ਹੈ, ਫਲੈਟ ਸਟੈਪਸ ਬਣਾ ਲੈਣੀਆਂ, ਠੀਕ ਹੈ, ਸਟੀਪ ਸਲੋਪਸ, ਯਾਨੀ ਕਿ ਜਿੱਦਾਂ ਹੁਣ ਸਿੱਧੀ ਚੜ੍ਹਾਈ ਹੈ, ਠੀਕ ਹੈ, ਪਹਾੜ ਦੇ, ਉਸ 'ਤੇ ਤਾਂ ਖੇਤੀ ਹੋ ਨਹੀਂ ਸਕਦੀ, ਬਟ ਉਸ ਨੂੰ ਨਾ ਕੱਟ ਕੇ ਪੌੜੀਆਂ ਬਣਾ ਲਈਆਂ, ਠੀਕ ਹੈ, ਅਤੇ ਜਿਸ ਦੇ ਉੱਤੇ ਉਹ ਮਤਲਬ ਕਿ ਕ੍ਰੌਪ ਗਰੋ ਕਰ ਸਕਦੇ ਨੇ। ਦੇ ਰਿਡਿਊਸ ਸਰਫੇਸ ਰਨ ਆਫ ਐਂਡ ਸੋਇਲ ਇਰੋਜ਼ਨ। ਜਦੋਂ ਹੁਣ ਉਸ ਦੇ ਉੱਤੇ ਆਪਾਂ ਪੱਧਰ ਕਰਕੇ ਉਸ ਦੇ ਉੱਤੇ ਕੋਈ ਕ੍ਰੌਪ ਗਰੋ ਕਰ ਲਈ, ਠੀਕ ਹੈ, ਫਿਰ ਉਸ ਦਾ ਜਿਹੜਾ ਸੋਇਲ ਇਰੋਜ਼ਨ ਉੱਥੇ ਨਹੀਂ ਹੋਊਗੀ, ਅਤੇ ਜਿਹੜਾ ਉਸ ਦੇ ਮਿੱਟੀ ਸੀ ਪਹਿਲਾਂ ਪਾਣੀ ਨਾਲ ਚਲੀ ਜਾਂਦੀ ਸੀ, ਉਹ ਹੁਣ ਕ੍ਰੌਪ ਨੇ ਜਾਂ ਕਿਸੇ ਪਲਾਂਟ ਨੇ ਉਹ ਹੋਲ ਡਾਊਨ ਕਰ ਲਈ, ਠੀਕ ਹੈ, ਤਾਂ ਕਰਕੇ ਉਹ ਸਰਫੇਸ ਰਨ ਆਫ ਨਹੀਂ ਹੋਊਗੀ। ਇੰਟਰਕ੍ਰੋਪਿੰਗ, ਡਿਫਰੈਂਟ ਕ੍ਰੋਪਸ ਆਰ ਗਰੋਨ ਇਨ ਅਲਟਰਨੇਟ ਰੋਜ਼ ਐਂਡ ਆਰ ਸੋਨ ਐਟ ਡਿਫਰੈਂਟ ਟਾਈਮਸ ਟੂ ਪ੍ਰੋਟੈਕਟ ਦਾ ਸੋਇਲ ਫਰੋਮ ਰੇਨ ਵਾਸ਼। ਇੱਕ ਏਰੀਏ ਨੂੰ, ਠੀਕ ਹੈ, ਡਿਫਰੈਂਟ ਪਾਰਟਸ ਦੇ ਵਿੱਚ ਵੰਡ ਲਿਆ, ਠੀਕ ਹੈ, ਉਸ ਦੇ ਉੱਤੇ ਡਿਫਰੈਂਟ ਸੀਜ਼ਨ ਦੇ ਵਿੱਚ ਗਰੋ ਕਰਨ ਵਾਲੀਆਂ ਕ੍ਰੋਪਸ ਉਗਾ ਲਿਆ, ਠੀਕ ਹੈ। ਜਦੋਂ ਇੱਕ ਸੀਜ਼ਨ ਦੇ ਵਿੱਚ ਆਪਾਂ ਇੱਕ ਫਸਲ ਵੱਢ ਲਈ ਤਾਂ ਉਸ ਦੇ ਉੱਤੇ ਦੂਜੀ ਕ੍ਰੋਪ ਆਲਰੇਡੀ ਹੋਊਗੀ, ਠੀਕ ਹੈ, ਜਿਸ ਦੇ ਕਰਕੇ ਮਤਲਬ ਜੇ ਰੇਨ ਆ ਵੀ ਰਹੀ ਹੈ ਤਾਂ ਵੀ ਉਸ ਦਾ ਸੋਇਲ ਇਰੋਜ਼ਨ ਨਹੀਂ ਹੋਊਗੀ, ਠੀਕ ਹੈ। ਕੰਟੂਰ ploughing parallel to the contours of a hill slope to form a natural barrier for water to flow down the slope। ਜਿਹੜੇ ਆਪਾਂ ਕੰਟੂਰਸ ਬਣਾਏ ਸੀ ਹਿਲ ਸਲੋਪ ਦੇ, ਠੀਕ ਹੈ, ਉਸ ਦੇ ਪੈਰਲਲ ਪਲੋਇੰਗ ਮਤਲਬ ਹਲ ਚਲਾਉਣਾ, ਠੀਕ ਹੈ, ਅਤੇ ਨੈਚੁਰਲ ਬੈਰੀਅਰ ਬਣਾਤਾ, ਠੀਕ ਹੈ। ਨੈਚੁਰਲ ਬੈਰੀਅਰ ਮਤਲਬ ਕਿ ਕੁਦਰਤੀ ਇੱਕ ਬੰਨ੍ਹ ਲੱਗ ਗਿਆ, ਠੀਕ ਹੈ, ਫॉर ਵਾਟਰ ਟੂ ਫਲੋ ਡਾਊਨ ਦਾ ਸਲੋਪ, ਮਤਲਬ ਕਿ ਪਾਣੀ ਹੁਣ ਜ਼ਿਆਦਾ ਸਲੋਪ 'ਤੇ ਉਹਨਾਂ ਨੂੰ ਜੇ ਮਤਲਬ ਆਊਗਾ ਵੀ ਪਾਣੀ, ਹੈ ਨਾ, ਜ਼ਿਆਦਾ ਰੇਨ ਵਾਟਰ ਜਾਂ ਕੁਛ ਵੀ ਹੋਊਗਾ ਤਾਂ ਉਹ ਜ਼ਿਆਦਾ ਮਿੱਟੀ ਆਪਣੇ ਨਾਲ ਨਹੀਂ ਲੈ ਕੇ ਜਾਊਗਾ। ਸ਼ੈਲਟਰ ਬੈਲਟਸ ਇਨ ਦਾ ਕੋਸਟਲਾਈਨ ਡਰਾਈ ਰੀਜਨਸ, rows of trees are planted to check the wind movement to protect soil cover। ਸ਼ੈਲਟਰ ਬੈਲਟ ਮਤਲਬ ਜਿੱਥੇ ਜ਼ਿਆਦਾ ਹਵਾਵਾਂ ਚੱਲਦੀਆਂ ਨੇ, ਠੀਕ ਹੈ, ਜਾਂ ਸੁੱਕੀਆਂ, ਤਾਂ ਉੱਥੇ ਮਤਲਬ ਕਿ ਜ਼ਿਆਦਾ ਇੱਕ ਲਾਈਨ ਦੇ ਵਿੱਚ ਵੱਡੇ ਵੱਡੇ ਟਰੀਜ਼, ਆਹ ਦੇਖੋ ਸ਼ੈਲਟਰ ਬੈਲਟ ਆਪਾਂ ਕਹਿ ਸਕਦੇ ਹਾਂ, ਆਹ ਚੀਜ਼ ਆਹ ਤਸਵੀਰ ਦੇ ਵਿੱਚ, ਠੀਕ ਹੈ, ਆਪਾਂ ਦੱਸਿਆ ਹੋਇਆ। ਇਸ ਦੇ ਨਾਲ ਆਪਾਂ ਨੂੰ ਜਿਹੜੀ ਡਾਇਰੈਕਸ਼ਨ ਪਤਾ ਲੱਗ ਜੂਗੀ ਵਿੰਡ ਮੂਵਮੈਂਟ ਕੀ ਹੈ, ਅਤੇ ਜਿਹੜੀ ਸੋਇਲ ਦਾ ਪ੍ਰੋਟੈਕਟ ਕਵਰ ਵੀ ਇਹ ਕਰਦੀ ਹੈ, ਠੀਕ ਹੈ, ਇੱਕ ਸਾਈਡ ਤੋਂ, ਜਦੋਂ ਕਿਉਂ ਇਹ ਹੋਲ ਡਾਊਨ ਕਰ ਲੂਗੀ ਆਪਣੀ। ਇਹ ਐਕਟੀਵਿਟੀ ਹੈ ਬੱਚੇ, ਇਹਨੂੰ ਤੁਸੀਂ ਪਰਫੋਰਮ ਕਰਿਓ, ਠੀਕ ਹੈ, ਘਰੇ ਦੇਖਿਓ ਕੀ ਵਾਹਿਗੁਰੂ। ਵਾਟਰ ਇਜ਼ ਵਾਈਟਲ ਰੀਨਿਊਏਬਲ ਨੈਚੁਰਲ ਰਿਸੋਰਸ, 3/4 ਆਫ ਅਰਥ ਸਰਫੇਸ ਇਜ਼ ਕਵਰਡ ਵਿਦ ਵਾਟਰ। ਹੁਣ ਪਾਣੀ ਬਾਰੇ ਆਪਾਂ ਪੜ੍ਹਾਂਗੇ, ਠੀਕ ਹੈ। ਸਭ ਤੋਂ ਜ਼ਿਆਦਾ ਜ਼ਰੂਰੀ ਆਪਣੇ ਪਾਣੀ ਹੈ, ਠੀਕ ਹੈ, ਇਸ ਦੇ ਨਾਲ ਹੀ ਆਪਣੀ ਲਾਈਫ ਪੋਸੀਬਲ ਹੈ। ਆਪਣੀ ਅਰਥ ਦਾ ਜਿਹੜਾ 3/4 ਯਾਨੀ ਕਿ 4 ਹਿੱਸੇ ਆਪਾਂ ਅਰਥ ਦੇ ਡਿਵਾਈਡ ਕਰ ਲਏ, ਉਸ ਦੇ ਵਿੱਚੋਂ 3 ਹਿੱਸੇ ਪਾਣੀ ਹੈ। It is therefore appropriately called the water planet. It was in the primitive oceans that life began almost 3.5 billion years back। ਅਰਥ ਨੂੰ ਜ਼ਿਆਦਾ ਪਾਣੀ ਦੀ ਅਵੇਲੇਬਿਲਿਟੀ ਕਾਰਨ ਇਸ ਨੂੰ ਵਾਟਰ ਪਲੈਨਟ ਵੀ ਕਿਹਾ ਜਾਂਦਾ ਹੈਗਾ, ਅਤੇ ਇਸੇ ਕਰਕੇ, ਠੀਕ ਹੈ, ਓਸ਼ਨਸ ਦੇ ਵਿੱਚ ਆਪਾਂ ਅੱਜ ਕੱਲ੍ਹ ਇਹ ਵੀ ਕਿਹਾ ਜਾਂਦਾ ਕਿ 3.5 ਬਿਲੀਅਨ ਸਾਲ ਪਹਿਲਾਂ ਇੱਥੇ ਲਾਈਫ ਪੋਸੀਬਲ ਹੋਈ ਹੈ। ਈਵਨ ਟੂਡੇ ਦਾ ਓਸ਼ਨਸ ਕਵਰ 2/3 ਆਫ ਦਾ ਅਰਥ ਸਰਫੇਸ ਐਂਡ ਸਪੋਰਟ ਅ ਰਿਚ ਵੈਰਾਈਟੀ ਆਫ ਪਲਾਂਟ ਐਂਡ ਐਨੀਮਲ ਲਾਈਫ। ਅੱਜ ਵੀ ਜੇ ਆਪਾਂ ਧਰਤੀ ਦੀ ਜਿਹੜੀ ਲਾਈਫ ਹੈ ਉਹਨੂੰ 3 ਹਿੱਸਿਆਂ ਦੇ ਵਿੱਚ ਵੰਡ ਦਈਏ ਤਾਂ ਪਲਾਂਟਸ ਅਤੇ ਐਨੀਮਲਸ 2 ਹਿੱਸੇ ਆਪਣੇ ਜਿਹੜੇ ਓਸ਼ਨਸ ਦੇ ਵਿੱਚ ਹੀ ਨੇ, ਠੀਕ ਹੈ, ਅਤੇ ਤਾਂ ਕਰਕੇ ਉਹ ਰਿਚ ਵੈਰਾਈਟੀ ਆਫ ਪਲਾਂਟਸ ਅਤੇ ਐਨੀਮਲ ਲਾਈਫ ਨੂੰ ਸਪੋਰਟ ਕਰਦੀ ਹੈ। ਦਾ ਓਸ਼ਨ ਵਾਟਰ ਇਜ਼ ਹਾਊਐਵਰ ਸੈਲਿਨ ਐਂਡ ਨਾਟ ਫਿਟ ਫॉर ਹਿਊਮਨ ਕੰਜ਼ੰਪਸ਼ਨ। ਪਾਣੀ ਸਮੁੰਦਰਾਂ ਦਾ ਖਾਰਾ ਹੁੰਦਾ, ਠੀਕ ਹੈ, ਆਪਾਂ ਨੂੰ ਸਾਰਿਆਂ ਨੂੰ ਪਤਾ, ਅਤੇ ਹਿਊਮਨ ਕੰਜ਼ੰਪਸ਼ਨ ਲਈ ਇਹ ਜਿਹੜਾ ਵੈਲਿਡ ਨਹੀਂ ਹੈਗਾ, ਜਾਂ ਆਪਾਂ ਕਹਿ ਸਕਦੇ ਹਾਂ ਫਿੱਟ ਨਹੀਂ ਹੈਗਾ। ਫਰੈਸ਼ ਵਾਟਰ ਅਕਾਊਂਟਸ ਫॉर ਓਨਲੀ ਅਬਾਊਟ 2.7%। ਸਿਰਫ ਮਤਲਬ 3% ਤੋਂ ਵੀ ਘੱਟ ਪਾਣੀ ਹੈ ਜਿਹੜਾ ਉਹ ਅਵੇਲੇਬਲ ਹੈ ਫਰੈਸ਼ ਵਾਟਰ ਪੀਣ ਦੇ ਲਈ। ਇਹ ਹੈਗਾ ਵੀ ਕਿੱਥੇ ਹੈਗਾ, ਨੀਅਰਲੀ ਫਰੈਸ਼ ਵਾਟਰ ਅਕਾਊਂਟਸ ਫॉर ਅਬਾਊਟ 2.7%। ਨੀਅਰਲੀ 70% ਆਫ ਦਿਸ ਅਕਰਸ ਇਨ ਦਾ ਆਈਸ ਸ਼ੀਟਸ ਐਂਡ ਗਲੇਸ਼ੀਅਰਸ। ਜ਼ਿਆਦਾਤਰ ਮਤਲਬ ਕਿੱਥੇ ਹੈ, ਗਲੇਸ਼ੀਅਰਸ ਦੇ ਵਿੱਚ ਹੈ, ਠੀਕ ਹੈ, ਜਿਹੜੇ ਕਿ ਅੰਟਾਰਕਟਿਕਾ, ਗ੍ਰੀਨਲੈਂਡ ਐਂਡ ਮਾਊਂਟੇਨ ਰੀਜਨਸ ਦੇ ਵਿੱਚ ਨੇ। ਡਿਊ ਟੂ ਦੇਅਰ ਲੋਕੇਸ਼ਨ ਦੇ ਆਰ ਇਨਐਕਸੈਸੀਬਲ। ਹੁਣ ਉਹ ਇੱਦਾਂ ਦੀ ਲੋਕੇਸ਼ਨ ਦੇ ਉੱਤੇ ਨੇ, ਠੀਕ ਹੈ, ਜਿੱਥੇ ਆਪਾਂ ਜਾ ਹੀ ਨਹੀਂ ਸਕਦੇ, ਜਿਹੜੇ ਅਸੈਸੀਬਲ ਨਹੀਂ ਹੈਗੇ, ਆਪਣੀ ਉਹਨਾਂ ਤੱਕ ਪਹੁੰਚ ਨਹੀਂ ਹੈਗੀ।
ਓਨਲੀ 1% ਆਫ ਦਾ ਫਰੈਸ਼ ਵਾਟਰ ਇਜ਼ ਅਵੇਲੇਬਲ ਐਂਡ ਫਿਟ ਫॉर ਹਿਊਮਨ ਯੂਜ਼। ਸਿਰਫ 1% ਪਾਣੀ ਹੈ ਜਿੱਥੇ ਤੱਕ ਆਪਣੀ ਪਹੁੰਚ ਹੈ ਜਿਹੜਾ ਆਪਣੇ ਵਰਤੋਂ ਲਈ ਅਵੇਲੇਬਲ ਹੈ। ਇਟ ਇਜ਼ ਫਾਊਂਡ ਐਜ਼ ਗਰਾਊਂਡ ਵਾਟਰ ਐਂਡ ਸਰਫੇਸ ਵਾਟਰ ਇਨ ਰਿਵਰਸ ਲੇਕਸ ਐਂਡ ਵਾਟਰ ਵੇਪਰ ਇਨ ਦਾ ਐਟਮੋਸਫੀਅਰ। 1% ਵੀ ਕਿੱਥੇ ਹੈ, ਜਾਂ ਤਾਂ ਗਰਾਊਂਡ ਵਾਟਰ ਹੈ ਜਾਂ ਰਿਵਰਸ ਅਤੇ ਲੇਕਸ ਦਾ ਜਿਹੜਾ ਸਰਫੇਸ ਵਾਟਰ ਹੈ, ਜਾਂ ਫਿਰ ਆਪਣੇ ਵਾਟਰ ਵੇਪਰ ਐਟਮੋਸਫੀਅਰ ਦੇ ਵਿੱਚ ਜੋ ਅਵੇਲੇਬਲ ਹੈ। ਫਰੈਸ਼ ਵਾਟਰ is therefore most precious substance on earth. Water can neither be added nor subtracted from the earth. It's ਪਾਣੀ ਆਪਾਂ ਐਡ ਨਹੀਂ ਕਰ ਸਕਦੇ ਆਪਣੀ ਅਰਥ ਤੋਂ, ਨਾ ਹੀ ਆਪਾਂ ਉਹਨੂੰ ਘਟਾ ਸਕਦੇ ਹਾਂ, ਠੀਕ ਹੈ। ਉਹਦੀ ਟੋਟਲ ਵੋਲੀਅਮ ਰਿਮੇਨ ਕੌਂਸਟੈਂਟ ਰਹਿੰਦੀ ਹੈ, ਨਾ ਤਾਂ ਉਹ ਘਟਦਾ ਨਾ ਵੱਧਦਾ। ਇਟਸ ਅਬੰਡੈਂਸ ਓਨਲੀ ਸੀਮਸ ਟੂ ਵੇਰੀ ਬਿਕੋਜ਼ ਇਟ ਇਜ਼ ਇਨ ਕੌਂਸਟੈਂਟ ਮੋਸ਼ਨ। ਉਹਦੀ ਜਿਹੜੀ ਕਮੀ ਹੈ ਜਾਂ ਉਹ ਕਿਤੇ ਜ਼ਿਆਦਾ ਹੈ, ਠੀਕ ਹੈ। ਉਹ ਕਿੱਥੇ ਕਿੰਨਾ ਅਵੇਲੇਬਲ ਹੈ, ਅਬੰਡੈਂਸ ਦਾ ਮਤਲਬ ਉਹ ਕਿੰਨਾ ਜ਼ਿਆਦਾ ਅਵੇਲੇਬਲ ਹੈ, ਕਿਤੇ ਉਹ ਵੇਰੀ ਕਰਦੀ ਹੈ, ਕਿਤੇ ਘੱਟ ਹੈ ਕਿਤੇ ਜ਼ਿਆਦਾ ਹੈ। ਉਹਦਾ ਕਾਰਨ ਕੀ ਹੈ? ਕੌਂਸਟੈਂਟ ਮੋਸ਼ਨ, ਮਤਲਬ ਉਹਨੂੰ ਆਪਾਂ ਵਰਤ ਰਹੇ ਹਾਂ, ਠੀਕ ਹੈ। ਵਰਤ ਰਹੇ ਹਾਂ, ਅੱਜ ਆਪਾਂ ਗਰਾਊਂਡ ਵਾਟਰ ਤਾਂ ਯੂਜ਼ ਕਰ ਲਿਆ, ਉਹ ਡੋਲਤਾ, ਬਟ ਉਹ ਡਰੇਨਸ ਦੇ ਥਰੂ ਆਪਣੇ ਕੋਲ ਥੋੜ੍ਹੀ ਆਊਗਾ ਵਾਪਸ, ਉਹ ਕਿਤੇ ਹੋਰ ਚਲਾ ਜਾਊਗਾ, ਠੀਕ ਹੈ। ਅਤੇ ਜਦੋਂ ਮੀਂਹ ਪਊਗਾ, ਮੀਂਹ ਸੋਚੋ ਵੀ ਆਪਣੇ ਕੋਲ ਪਾਣੀ ਹੈ, ਆਪਣਾ ਪਾਣੀ ਵੈਪਰੇਟ ਹੋ ਕੇ ਮੀਂਹ ਕਿਤੇ ਹੋਰ ਪੈ ਗਿਆ, ਫਿਰ ਉਹ ਵੀ ਪਾਣੀ ਆਪਣੇ ਕੋਲ ਬਟ ਜੇ ਆਪਾਂ ਹਿਸਾਬ ਲਾਈਏ ਤਾਂ ਉਹ ਰਹੂਗਾ ਤਾਂ ਅਰਥ 'ਤੇ ਹੀ ਨਾ। ਬਟ ਇਹ ਹੋ ਸਕਦਾ ਵੀ ਆਪਣੇ ਕੋਲ ਘੱਟ ਜੇ ਕਿਸੇ ਹੋਰ ਜਗ੍ਹਾ 'ਤੇ ਚੱਲ ਜੇ, ਠੀਕ ਹੈ। ਦਾ ਏਅਰ ਦਾ ਲੈਂਡ ਬਿਕੋਜ਼ ਇਟ ਇਜ਼ ਇਨ ਕੌਂਸਟੈਂਟ ਮੋਸ਼ਨ ਸਾਈਕਲਿੰਗ ਥਰੂ ਦਾ ਓਸ਼ਨਸ ਦਾ ਏਅਰ ਦਾ ਲੈਂਡ ਐਂਡ ਬੈਕ ਅਗੇਨ। ਹੁਣ ਓਸ਼ਨਸ ਤੋਂ ਮਤਲਬ ਪਾਣੀ ਵੈਪੋਰੇਟ ਹੋ ਕੇ ਅਸਮਾਨ 'ਚ ਚਲਾ ਗਿਆ ਕਲਾਊਡਸ ਦੇ ਥਰੂ, ਠੀਕ ਹੈ। ਉਸਨੇ ਮਤਲਬ ਰੇਨ ਕੀਤੀ, ਠੀਕ ਹੈ, ਅਤੇ ਫਿਰ ਲੈਂਡ 'ਤੇ ਆ ਗਿਆ ਐਂਡ ਬੈਕ ਅਗੇਨ ਥਰੂ ਦਾ ਪ੍ਰੋਸੈਸ ਆਫ ਇਵੈਪੋਰੇਸ਼ਨ ਪ੍ਰੈਸੀਪੀਟੇਸ਼ਨ ਐਂਡ ਰਨ ਆਫ, ਠੀਕ ਹੈ। ਫਿਰ ਇਵੈਪੋਰੇਟ ਹੋਇਆ, ਫਿਰ ਉਸ ਤੋਂ ਬਾਅਦ ਪ੍ਰੈਸੀਪੀਟੇਸ਼ਨ ਯਾਨੀ ਕਿ ਮੀਂਹ ਪੈ ਗਿਆ, ਅਤੇ ਫਿਰ ਡਰੇਨਸ ਦੇ ਥਰੂ ਰਨ ਆਫ ਹੋ ਗਿਆ। ਦਿਸ ਯੂ ਕੋਲ ਆਲਰੇਡੀ ਨੋ ਇਜ਼ ਰੈਫਰ ਟੂ ਐਸ ਵਾਟਰ ਸਾਈਕਲ। ਆਪਾਂ ਸਾਰਿਆਂ ਨੂੰ ਪਤਾ ਹੀ ਹੈ, ਠੀਕ ਹੈ, ਕਿ ਇਹਨੂੰ ਆਪਾਂ ਕੀ ਕਹਿੰਦੇ ਹਾਂ, ਵਾਟਰ ਸਾਈਕਲ। ਹਿਊਮਨਸ ਯੂਜ਼ ਹਿਊਜ ਅਮਾਊਂਟਸ ਆਫ ਵਾਟਰ not only for drinking and washing but also in the process of production। ਸਾਰੀਆਂ ਚੀਜ਼ਾਂ ਤੋਂ ਨਾ ਸਭ ਤੋਂ ਵੱਧ ਇਨਸਾਨ ਹੀ ਯੂਜ਼ ਕਰਦਾ ਹੈਗਾ, ਪਾਣੀ ਦੀ ਵਰਤੋਂ ਕਰਦਾ। ਵਾਟਰ ਫॉर ਐਗਰੀਕਲਚਰ ਇੰਡਸਟਰੀ ਜਨਰੇਟਿੰਗ ਇਲੈਕਟ੍ਰੀਸਿਟੀ ਥਰੂ ਰਿਜ਼ਰਵਰਸ ਡੈਮਸ ਆਰ ਅਦਰ ਯੂਸੇਜ। ਇਹ ਸਾਰੀਆਂ ਐਗਰੀਕਲਚਰ 'ਚ ਇੰਡਸਟਰੀ ਦੇ ਵਿੱਚ, ਠੀਕ ਹੈ, ਇਲੈਕਟ੍ਰੀਸਿਟੀ ਜਨਰੇਟ ਕਰਦੇ ਨੇ ਸਾਰੀਆਂ ਚੀਜ਼ਾਂ। ਇਨਕਰੀਜ਼ਿੰਗ ਪਾਪੂਲੇਸ਼ਨ ਰਾਈਜ਼ਿੰਗ ਡਿਮਾਂਡਸ ਆਫ ਫੋਰ ਫੂਡ ਐਂਡ ਕੈਸ਼ ਕ੍ਰੌਪ ਇਨਕਰੀਜ਼ਿੰਗ ਅਰਬਨਾਈਜੇਸ਼ਨ ਐਂਡ ਰਾਈਜ਼ਿੰਗ ਸਟੈਂਡਰਡਸ ਆਫ ਲਿਵਿੰਗ ਆਰ ਦਾ ਮੇਜਰ ਫੈਕਟਰਸ ਲੀਡਿੰਗ ਆਫ to shortage and supply of fresh water either due to drying up of water sources or water pollution। ਮਤਲਬ ਜਿੱਦਾਂ ਜਿੱਦਾਂ ਪਾਪੂਲੇਸ਼ਨ ਜ਼ਿਆਦਾ ਇਨਕਰੀਜ਼ ਹੋ ਰਹੀ ਹੈ, ਠੀਕ ਹੈ, ਪਾਣੀ ਦੀ ਡਿਮਾਂਡ, ਠੀਕ ਹੈ, ਕਰੋਪਸ ਦੀ ਡਿਮਾਂਡ, ਸਾਰੀਆਂ ਚੀਜ਼ਾਂ ਦੀ ਡਿਮਾਂਡ ਜ਼ਿਆਦਾ ਇਨਕਰੀਜ਼ ਹੋ ਰਹੀ ਹੈ, ਠੀਕ ਹੈ, ਜਿਸ ਦੇ ਕਾਰਨ ਆਪਣੇ ਜਿਹੜੇ ਸੋਰਸਿਸ ਨੇ ਉਹ ਵੀ ਪੋਲਿਊਟਡ ਹੋ ਰਹੇ ਨੇ। ਸੋ ਇਹ ਵੀ ਇੱਕ ਰੀਜ਼ਨ ਹੈ ਵਾਟਰ ਪੋਲਿਊਸ਼ਨ ਦਾ। ਪ੍ਰੋਬਲਮਸ ਆਫ ਵਾਟਰ ਅਵੇਲੇਬਿਲਿਟੀ, ਪਾਣੀ ਦੀ ਕਮੀ ਕਿਉਂ ਹੈ, ਚੰਗਾ ਪਾਣੀ ਅਵੇਲੇਬਲ ਕਿਉਂ ਨਹੀਂ ਹੁੰਦਾ, ਇਹਦੀਆਂ ਕੀ ਪ੍ਰੋਬਲਮਸ ਨੇ ਆਪਾਂ ਡਿਸਕਸ ਕਰਾਂਗੇ। ਦੇਰ ਇਜ਼ ਸਕੇਰਸਿਟੀ ਆਫ ਵਾਟਰ in many regions of the world, most of Africa, West Asia, South Asia, parts of Western USA, North and West Mexico, ਇਹ ਸਾਰੀਆਂ ਚੀਜ਼ਾਂ, parts of South America and entire Australia are facing shortages in fresh water supply। ਇਹ ਸਾਰੀਆਂ ਥਾਵਾਂ ਦੇ ਉੱਤੇ ਫਰੈਸ਼ ਵਾਟਰ ਦੀ ਸਪਲਾਈ ਬਹੁਤ ਘੱਟ ਜਾ ਰਹੀ ਹੈ, ਠੀਕ ਹੈ। ਕੰਟਰੀਜ਼ ਲੋਕੇਟਡ ਇਨ ਕਲਾਈਮੇਟਿਕ ਜ਼ੋਨਸ ਮੋਸਟ ਸਕੈਪਟੇਬਲ ਟੂ ਡਰਾਟਸ ਫੇਸ ਗ੍ਰੇਟ ਪ੍ਰੋਬਲਮਸ। ਔਰ ਜਿਹੜੇ ਕਲਾਈਮੇਟਿਕ ਜ਼ੋਨਸ ਨੇ, ਠੀਕ ਹੈ, ਮਤਲਬ ਕਿ ਉੱਥੇ ਜਿਹੜੀ ਪਾਣੀ ਦੀ ਕਮੀ ਬਹੁਤ ਜ਼ਿਆਦਾ ਹੋ ਰਹੀ ਹੈ, ਅਤੇ ਉੱਥੇ ਮਤਲਬ ਸੋਕਾ ਆਪਾਂ ਕਹਿ ਸਕਦੇ ਹਾਂ, ਡਰਾਟਸ ਮਤਲਬ ਬਿਲਕੁਲ ਸੋਕਾ ਹੈ, ਜਿੱਥੇ ਮਤਲਬ ਮੀਂਹ ਨਹੀਂ ਪੈਂਦਾ, ਠੀਕ ਹੈ। ਦਸ ਵਾਟਰ ਸ਼ੋਰਟੇਜ ਮੇ ਬੀ ਐ ਕੰਸੀਕੁਐਂਸ ਆਫ ਵੇਰੀਏਸ਼ਨ ਇਨ ਸੀਜ਼ਨਲ ਐਂਡ ਐਨੂਅਲ ਪ੍ਰੈਸੀਪੀਟੇਸ਼ਨ ਔਰ ਦਾ ਸਕੇਰਸਿਟੀ ਇਜ਼ ਕੋਜ਼ਡ ਬਾਈ ਓਵਰ ਐਕਸਪਲੋਇਟੇਸ਼ਨ। ਇਹਦਾ ਰੀਜ਼ਨ ਕੀ ਹੈ, ਠੀਕ ਹੈ, ਜਾਂ ਤਾਂ ਮੀਂਹ ਐਨੂਅਲ ਜਾਂ ਸੀਜ਼ਨਲ ਹੁੰਦੀ ਹੈ, ਉੱਥੇ ਸਾਲ 'ਚ ਇੱਕ ਵਾਰੀ ਮੀਂਹ ਪੈਂਦਾ, ਜਾਂ ਸੀਜ਼ਨਲ ਕਿਸੇ ਪਾਰਟੀਕੂਲਰ ਸੀਜ਼ਨ, ਜਾਂ ਬਿਲਕੁਲ ਹੀ ਨਹੀਂ ਬਾਰਿਸ਼ ਪੈਂਦੀ ਉੱਥੇ, ਠੀਕ ਹੈ। ਅਤੇ ਬਾਕੀ ਇਸ ਦਾ ਇੱਕ ਰੀਜ਼ਨ ਇਹ ਵੀ ਆਪਾਂ ਪਾਣੀ ਦੀ ਓਵਰ ਐਕਸਪਲੋਇਟੇਸ਼ਨ, ਮਤਲਬ ਲੋੜ ਤੋਂ ਵੱਧ ਖਰਾਬ ਕਰਦੇ ਹਾਂ ਆਪਾਂ ਪਾਣੀ, ਐਂਡ ਕੰਟੈਮੀਨੇਸ਼ਨ ਆਫ ਵਾਟਰ ਰਿਸੋਰਸਿਸ। ਅਤੇ ਪਾਣੀ ਦੇ ਵਿੱਚ ਆਪਾਂ ਕੰਟੈਮੀਨੇਸ਼ਨ ਮਤਲਬ ਕਿ ਜਿਹੜਾ ਕੂੜਾ ਵਗੈਰਾ ਆਪਾਂ ਕਹਿ ਸਕਦੇ ਹਾਂ, ਉਸ ਨੂੰ ਕੰਟੈਮੀਨੇਟ ਕਰਦੇ ਹਾਂ, ਠੀਕ ਹੈ, ਉਸ ਦੇ ਵਿੱਚ ਵੇਸਟ ਮਟੀਰੀਅਲ ਸੁੱਟ ਕੇ। ਕੰਜ਼ਰਵੇਸ਼ਨ ਆਫ ਵਾਟਰ ਰਿਸੋਰਸਿਸ, ਆਪਾਂ ਕਿੱਦਾਂ ਕੰਜ਼ਰਵ ਕਰ